ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾਂ ਅਹਿਮ ਇਸ਼ੂ ਇਹ ਸੀ ਕਿ ਯੂਕੇ ਦੀ ਲੇਬਰ ਪਾਰਟੀ ਨੇ ਜਲਿਆਂਵਾਲਾ ਬਾਗ ਕਤਲੇਆਮ ਦੇ ਸਦਨ ਵਿੱਚ ਮਾਫੀ ਮੰਗਣ ਦਾ ਵਾਅਦਾ ਕੀਤਾ। ਕਸ਼ਮੀਰ ਅਤੇ 1984 ਸਿੱਖ ਨਸਲਕੁਸ਼ੀ ਦਾ ਕੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ। 108 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਗਿਆ ਹੈ ਔਰ 10 ਲੱਖ ਜੋ ਫੌਜ ਹੈ ਉਸ ਨੂੰ ਉੱਥੇ ਤੈਨਾਤ ਕੀਤਾ ਗਿਆ ਹੈ। ਇਸ ਉੱਪਰ ਲਗਾਤਾਰਤਾ ਨਾਲ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਐਵਰੀਡੇ ਸਾਂਝੇ ਕਰਦੇ ਨੇ। ਸੋ ਅੱਜ ਵੀ ਕਸ਼ਮੀਰ ਮੁੱਦੇ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਹੀ ਸਾਡੇ ਇੱਕ ਵਿਊਅਰ ਵੀਰ ਨੇ ਸਾਨੂੰ 2 ਆਰਟੀਕਲ ਭੇਜੇ ਜਿਹੜੇ ਕਿ ਬੜੀ ਕ੍ਰੈਡੀਬਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਰਿਪੋਰਟਸ ਸੀ। ਉਹ ਸੀ ਸੋਡੋਮੀ ਦੇ ਉੱਤੇ। ਮੈਂ ਉਹਨਾਂ ਨੂੰ ਡਿਸਕਸ ਨਹੀਂ ਕਰ ਸਕਦਾ, ਮੈਂ ਉਹਨਾਂ ਨੂੰ ਪੜ੍ਹ ਵੀ ਨਹੀਂ ਸਕਿਆ ਕੰਪਲੀਟ ਅੱਧ ਦੇ ਵਿੱਚ ਹੀ। ਹੁਣ ਬਹੁਤ ਵਾਰ ਅਸੀਂ ਇਹ ਤਾਂ ਦੇਖਦੇ ਹਾਂ ਕਿ ਰੇਪ ਜਾਂ ਜਬਰ ਜਨਾਹ ਨੂੰ ਇੱਕ ਵੈਪਨ ਦੇ ਤੌਰ ਤੇ, ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ। ਪੰਜਾਬ 'ਚ ਵੀ ਕੀਤਾ ਗਿਆ ਜੀ, ਕਸ਼ਮੀਰ ਦੇ ਵਿੱਚ ਵੀ ਕੀਤਾ ਜਾ ਰਿਹਾ ਔਰ ਉਸ ਦੀਆਂ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਟਨਾਵਾਂ ਹੋਣਗੀਆਂ। ਪਰ ਕਿਉਂਕਿ ਇੱਕ ਸੋਸ਼ਲ ਸ਼ੇਮ ਵੀ ਹੁੰਦੀ ਹੈ, ਬਹੁਤ ਵਾਰ ਐਕਸੈਪਟੈਂਸ ਨਾ ਹੋਣੀ ਪਰਿਵਾਰਾਂ ਵੱਲੋਂ, ਇਸ ਲਈ ਉਹ ਹਜ਼ਾਰਾਂ ਘਟਨਾਵਾਂ ਸੈਂਕੜਿਆਂ 'ਚ ਰਹਿ ਜਾਂਦੀਆਂ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੌਜ ਨੇ ਬੜੀ ਬਰਬਰੀਅਤ ਦੇ ਨਾਲ ਉਹ ਦਰਬਾਰ ਸਾਹਿਬ ਕੰਪਲੈਕਸ ਹੋਏ, ਪੰਜਾਬ ਦੇ ਪਿੰਡਾਂ 'ਚ ਹੋਏ ਔਰ ਪੰਜਾਬ ਪੁਲਿਸ ਨੇ ਥਾਣਿਆਂ 'ਚ ਜਿਵੇਂ ਬੇਪਤ ਕੀਤਾ ਸਾਡੀਆਂ ਬੱਚੀਆਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਉਹੀ ਪਾਰਟ ਇੱਕ ਤਾਂ ਕਸ਼ਮੀਰ 'ਚ ਚੱਲ ਰਿਹਾ। ਪਰ ਕਸ਼ਮੀਰੀ ਮੁੰਡਿਆਂ ਨੂੰ, ਬੱਚਿਆਂ ਨੂੰ ਵੀ ਕਿਵੇਂ ਜਿਹੜਾ ਉਹ ਉਹਨਾਂ ਦਾ ਇਹ ਜਿਹੜਾ ਸੈਕਸ਼ੂਅਲ ਪਾਰਟ ਤੋਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ, ਉਹ ਘਟਨਾਵਾਂ ਕੰਬਾ ਦੇਣ ਵਾਲੀਆਂ ਨੇ। ਔਰ ਉਹਨਾਂ ਦੇ ਵਿੱਚ ਉਹ ਬੱਚੇ ਕੋਈ 12-12, 13-13 ਸਾਲ ਦੀ ਉਮਰ ਦੇ ਮੁੰਡੇ ਜਿਹੜੇ ਪੱਥਰ ਸੁੱਟਣ ਦੀਆਂ ਘਟਨਾਵਾਂ ਦੇ ਵਿੱਚ ਜਾਂ ਦੂਜੇ ਫੜ ਕੇ ਲਿਆਂਦੇ ਜਾਂਦੇ ਨੇ, ਕਿਵੇਂ ਉਹਨਾਂ ਦੇ ਨਾਲ ਥਾਣਿਆਂ ਦੇ ਵਿੱਚ, ਫੌਜੀ ਕੈਂਪਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ। ਕਿਉਂਕਿ ਜ਼ਾਹਰ ਹੈ ਕਿ ਜਦੋਂ ਇਹ ਜਬਰ ਜਨਾਹ ਜਾਂ ਦੂਜਾ ਕੇਸ ਹੁੰਦਾ ਹੈ ਉਸ ਦਾ ਕਈ ਵਾਰੀ ਰੌਲਾ ਵੀ ਪੈ ਜਾਂਦਾ ਹੈ, ਕੋਈ ਹੋਰ ਖੌਫ ਵੀ ਹੁੰਦਾ ਹੈ ਫਰਦਰ ਇਨਵੈਸਟੀਗੇਸ਼ਨ ਦਾ। ਸੋ ਮੈਂ ਕੰਬ ਗਿਆ ਉਸ ਨੂੰ ਪੜ੍ਹ ਕੇ ਵੀ ਈਵਨ ਇਸ ਲੈਵਲ ਤੇ, ਕਿਉਂਕਿ ਜ਼ਾਹਰ ਹੈ ਕਿ ਜਿਹੜੀ ਪੱਥਰਬਾਜ਼ੀ ਦੀਆਂ ਘਟਨਾਵਾਂ ਨੇ ਜਾਂ ਯੰਗਸਟਰਸ ਨੇ, ਉਹਨਾਂ ਦੇ ਇੱਕ ਪਾਸੇ ਤਾਂ ਉਹਨਾਂ ਚੋਂ ਕਿੰਨੇ 3000 ਜਾਂ 4000 ਦੇ ਕਰੀਬ ਚੁੱਕ ਕੇ ਪਹਿਲਾਂ ਹੀ ਭਾਰਤ ਦੀਆਂ ਅੱਡ-ਅੱਡ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਸੁੱਟੇ ਹੋਏ ਨੇ। ਐਨਕਾਊਂਟਰ ਬਣਾਉਣ ਦੀ ਲਾਈਨ ਵੀ ਜਾਰੀ ਹੈ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਜੀ, 4 ਮਾਰੇ ਗਏ, ਉਹਨਾਂ ਨੇ ਪੁਲਵਾਮਾ ਕੀਤਾ ਸੀ ਦੂਜਾ। ਪਰ ਇਹ ਇਸ ਲੈਵਲ ਦੇ ਉੱਤੇ ਇਹ ਜਿਹੜਾ ਮੁੰਡਿਆਂ ਦੇ ਨਾਲ ਜਿਸ ਕਿਸਮ ਦੀ ਇਹ ਬਦਫੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਨੂੰ, ਕਿਉਂਕਿ ਇਹ ਗੱਲ ਕੱਲੀ ਇਹ ਨਹੀਂ ਹੈ, ਇਹ ਤੁਸੀਂ ਇੱਥੇ ਵੀ ਦੇਖੋ ਜਿੱਥੇ ਹੁਣ ਲਾਅ ਨੇ ਜਿਨ੍ਹਾਂ ਦੇ ਵਿੱਚ ਕਿਸੇ ਦੇ ਨਾਲ ਵੀ ਬੱਚੇ ਜਾਂ ਬੱਚੀ ਨਾਲ ਹੋਇਆ ਹੋਏ, ਉਹਦੇ ਤੇ ਕੋਈ ਈਵਨ ਟਾਈਮ ਲਿਮਿਟ ਨਹੀਂ ਹੈ। ਹੁਣ ਕਈ ਲੋਕ, ਕਈ ਬੱਚੀਆਂ ਜਿਹੜੀਆਂ ਛੋਟੀਆਂ ਸੀ 10-12 ਸਾਲ ਦੀਆਂ, ਜੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਕਿਸੇ ਪਰਿਵਾਰ ਵਾਲੇ ਨੇ, ਉਹ 30 ਸਾਲ 40 ਸਾਲ ਬਾਅਦ ਵੀ ਜਿਹੜਾ ਕੇਸ ਰਜਿਸਟਰ ਹੁੰਦਾ ਹੈ। ਔਰ ਇਸੇ ਤਰ੍ਹਾਂ ਜਿਹੜੇ ਬਹੁਤ ਸਾਰੇ ਨੇ ਮੁੰਡੇ ਵੀ ਜਿਹੜੇ ਜਦੋਂ ਬੱਚੇ ਸੀ, ਉਹਨਾਂ ਜਿਹੜਾ ਇੱਥੇ ਕੈਥੋਲਿਕ ਪ੍ਰੀਸਟ ਦੇ ਖਿਲਾਫ ਜਿਹੜਾ ਇੰਨਾ ਵੱਡਾ ਲਾਸੂਟ ਹੋਇਆ ਕਿ ਜੀ ਹੁਣ ਉਹਨਾਂ ਦੇ ਵਿੱਚ, ਕਿਉਂਕਿ ਕੈਥੋਲਿਕ ਪ੍ਰੀਸਟ ਵੀ ਜਿਹੜੇ ਨੇ ਵਿਆਹ ਤਾਂ ਕਰਾਉਂਦੇ ਨਹੀਂ ਹੈ, ਪਰ ਜਿਹੜੇ ਮੁੰਡੇ ਉਹਨਾਂ ਦੇ ਲਈ ਉਹ ਆਲਟਰ ਦੇ ਉੱਤੇ ਜਾਂ ਦੂਜੇ ਕੰਮ ਕਰਦੇ ਸੀ ਜਾਂ ਉਹ ਰੈਗੂਲਰ ਪ੍ਰੇਅਰ ਲਈ, ਉਹਨਾਂ ਦੇ ਨਾਲ ਕੀ ਹੋਇਆ। ਉਹਨਾਂ 'ਚੋਂ ਕਈ ਜਿਹੜੇ ਨੇ 30-40 ਸਾਲ ਬਾਅਦ ਉਹਨਾਂ ਨੇ ਆ ਕੇ ਆਪਣੀ ਕਹਾਣੀ ਕਹਾਣੀ ਜਿਹੜੀ ਉਹ ਬਿਆਨ ਕੀਤੀ। ਲੇਕਿਨ ਇਹ ਇਸ ਲੈਵਲ ਤੇ 1 ਮਿਲੀਅਨ ਫੌਜ ਔਰ ਪੁਲਿਸ ਇੱਕ ਖੁੱਲੇ ਤੌਰ ਤੇ ਡਿਕਲੇਅਰਡਲੀ ਐਜ਼ ਏ ਵੈਪਨ ਇਸਤੇਮਾਲ ਕਰ ਰਹੀ ਹੈ। ਮੈਂ ਕਿਉਂਕਿ ਇਸ ਨੂੰ ਮੇਰੇ 'ਚ ਹਿੰਮਤ ਹੀ ਨਹੀਂ ਸੀ ਕਿ ਮੈਂ ਉਹ ਸਾਰੇ ਨੂੰ ਪੜ੍ਹ ਸਕਦਾ ਉਹ ਅਕਾਊਂਟ, ਔਰ ਉਹਦਾ ਇੱਕ ਪਾਰਟ ਇਹ ਵੀ ਸੀ ਕਿ ਇੱਕ ਫੌਜੀ ਜਿਹੜਾ ਕੈਪਟਨ, ਉਹਨੇ ਇਸ ਕਿਸਮ ਦਾ ਮੁੰਡੇ ਨਾਲ ਕਾਰਾ ਕੀਤਾ। ਉਹਦਾ ਅਜੇ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਔਰ ਉਹ ਜਦੋਂ ਦੂਜੀ ਵਾਰੀ ਫਿਰ ਕੈਪਟਨ ਨੇ ਉਹਨੂੰ ਸੱਦਿਆ ਤਾਂ ਉਹਨੇ ਕਿਹਾ ਜੀ ਕਿ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦਾ। ਉਹਨੇ ਕਿਹਾ ਜੀ ਕੀ? ਉਹਨੇ ਕਿਹਾ ਕਿ ਜੀ ਮੈਨੂੰ HIV ਪੋਜ਼ਿਟਿਵ ਹੈ ਮੈਂ, ਔਰ ਮੈਂ ਇਹ ਕੰਮ ਕੀਤਾ, ਮੈਂ ਉਹ ਦੂਸਰਾ ਜਿਹੜਾ ਪ੍ਰੀਵੈਂਟਿਵ ਮੇਜਰ ਨਹੀਂ ਸੀ ਲਿਆ ਇਸ ਕਿਸਮ ਦਾ ਮਾੜਾ ਕੰਮ ਕਰਨ ਲੱਗੇ। ਔਰ ਬਾਅਦ ਦੇ ਵਿੱਚ ਆਇਆ ਉਹਨੇ ਕਿ ਉਹਦੀ ਵਾਈਫ ਜਿਹੜੀ ਪ੍ਰੈਗਨੈਂਟ ਸੀ
ਉਹਨੇ ਟੈਸਟ ਕਰਾਇਆ, ਉਹ ਵੀ HIV ਪੋਜ਼ਿਟਿਵ ਸੀ, ਉਹ ਵੀ ਮਰ ਗਈ। ਬੱਚਾ ਜਿਹੜਾ ਜੰਮਿਆ ਉਹ ਵੀ ਔਰ ਉਹ ਖੁਦ ਵੀ ਜਿਹੜਾ ਉਹ ਮਤਲਬ ਇਹ ਇਸ ਹੱਦ ਤੱਕ ਜਾ ਕੇ ਇਹ ਜਿਹੜੀ ਬਰਬਰੀਅਤ ਹੈ ਇਹ ਚੱਲ ਰਹੀ ਹੈ। ਔਰ ਹੁਣ 3 ਬੰਦਿਆਂ ਦੀ ਟੀਮ ਔਰ ਅਮਿਤ ਸ਼ਾਹ ਰਾਜ ਸਭਾ 'ਚ ਖਲੋ ਕੇ ਕਹਿ ਰਿਹਾ ਜੀ ਸਭ ਕੁਝ ਨਾਰਮਲ ਹੈ, ਬਿਲਕੁਲ ਨਾਰਮਲ ਹੈ। ਔਰ ਅਜੇ ਉਹਦੇ ਉਸ ਬਿਆਨ ਦੀਆਂ ਸੁਰਖੀਆਂ ਦੀ ਸਿਆਹੀ ਵੀ ਨਹੀਂ ਸੁੱਕੀ। ਔਰ ਅਸੀਂ ਇਹ ਖਬਰਾਂ ਦੇਖ ਰਹੇ ਹਾਂ, ਸ਼ਾਪਸ ਕਲੋਜ਼ਡ ਫॉर 3rd ਡੇ ਇਨ ਕਸ਼ਮੀਰ ਆਫਟਰ ਬਰੀਫ ਸਪੈਲ ਆਫ ਨਾਰਮਲਸੀ। ਜਿਨ੍ਹਾਂ ਨੇ ਕਿਹਾ ਜੀ 4 ਦਿਨ ਖੁੱਲੀਆਂ ਵੀ ਹੋਣਗੀਆਂ, 3 ਦਿਨ ਤੋਂ ਬੰਦ ਨੇ। ਇਹ ਡੇ ਆਫਟਰ ਅਮਿਤ ਸ਼ਾਹ's ਨਾਰਮਲਸੀ ਕਲੇਮ ਵੈਲੀ ਬੈਕ ਟੂ ਸ਼ਟ ਡਾਊਨ। ਅਜੇ ਉਹਨੇ ਕਲੇਮ ਕੀਤਾ ਫਿਰ। ਔਰ 3 ਬੰਦਿਆਂ ਦੀ ਟੀਮ ਕਸ਼ਮੀਰ 'ਚ ਗਈ ਹੈ, ਜਿਨ੍ਹਾਂ ਦੇ ਵਿੱਚ ਇੱਕ ਯਸ਼ਵੰਤ ਸਿਨਹਾ, ਜਿਨ੍ਹਾਂ ਨੂੰ ਵਾਜਪਾਈ ਸਰਕਾਰ ਦੀ ਜਿਹੜੀ ਹੈ ਉਹ ਕਾਰਗੁਜ਼ਾਰੀ ਬਾਰੇ ਪਤਾ ਹੈ। ਯਸ਼ਵੰਤ ਸਿਨਹਾ ਬਹੁਤ ਭਾਰੇ ਸਾਬਕਾ ਰਿਟਾਇਰਡ IAS ਆਫਿਸਰ ਹੈ, ਵਾਜਪਾਈ ਦੀ ਕੈਬਨਿਟ 'ਚ ਫੋਰਨ ਮਿਨਿਸਟਰ ਵੀ ਰਿਹਾ, ਫਾਈਨੈਂਸ ਮਿਨਿਸਟਰ ਵੀ ਰਿਹਾ। ਲੇਕਿਨ ਮੋਦੀ ਦਾ ਇਹ ਕ੍ਰਿਟਿਕ ਹੈ ਪਹਿਲੇ ਦਿਨ ਤੋਂ ਕਿ ਵੀ ਇਹ ਤਾਂ ਈਵਨ BJP ਦੇ ਏਜੰਡੇ ਨੂੰ ਇਹਨੇ ਹਾਈਜੈਕ ਕਰ ਲਿਆ ਔਰ ਇਹ ਦੇਸ਼ ਨੂੰ ਤਬਾਹੀ ਦੇ ਕੰਢੇ ਤੇ ਲਿਜਾ ਰਿਹਾ ਹੈ। ਔਰ ਕਸ਼ਮੀਰ ਦੇ ਮੁੱਦੇ ਤੇ, ਕਿਉਂਕਿ ਜਿਹੜੀ ਵਾਜਪਾਈ ਨੇ ਕਸ਼ਮੀਰ ਕਮੇਟੀ ਬਣਾਈ ਸੀ ਉਹਦੇ 'ਚ ਵੀ ਯਸ਼ਵੰਤ ਸਿਨਹਾ ਸੀ। ਔਰ ਇਹਨਾਂ ਦੀ ਇੱਕ ਟੀਮ ਹੈ ਔਰ ਉਹਨਾਂ ਦੇ ਨਾਲ ਇੱਕ ਸਾਬਕਾ 에ਅਰ ਵਾਈਸ ਮਾਰਸ਼ਲ ਕਪਿਲ ਕਾਕ ਕਸ਼ਮੀਰੀ ਪੰਡਤ ਹੁੰਦੇ ਨੇ, ਕਸ਼ਮੀਰੀ ਪੰਡਤ ਹੈ ਖੁਦ। ਔਰ ਇਹ ਹੁਣ ਇਹ ਵਾਈਸ 에ਅਰ ਮਾਰਸ਼ਲ ਬਹੁਤ ਪਾਵਰਫੁਲ ਹੁੰਦਾ ਹੈ। ਇਹ ਜੇ ਤੁਸੀਂ ਦੂਜੀ ਰੈਂਕਿੰਗ 'ਚ ਕਰੋ ਤੇ ਇਹ ਆਲਮੋਸਟ ਮੇਜਰ ਜਨਰਲ ਹੈ। ਮੇਜਰ ਜਨਰਲ ਦਾ ਅਹੁਦਾ ਜੇ ਦੂਜੇ ਪਾਸੇ ਜਾ ਕੇ ਦੇਖੋ ਤਾਂ ਉਹਨਾਂ ਦੇ ਇਹ ਵਾਈਸ 에ਅਰ ਮਾਰਸ਼ਲ ਦਾ ਅਹੁਦਾ ਬਣਦਾ। ਔਰ ਇੱਕ ਬੜੇ ਪ੍ਰੋਮੀਨੈਂਟ ਜਰਨਲਿਸਟ ਭਾਰਤ ਭੂਸ਼ਣ। ਸੋ ਇਹ ਭਾਰਤ ਭੂਸ਼ਣ ਜਰਨਲਿਸਟ, ਇਹ ਕਪਿਲ ਕਾਕ ਜਿਹੜਾ ਖੁਦ ਵਾਈਸ 에ਅਰ ਮਾਰਸ਼ਲ, ਔਰ ਯਸ਼ਵੰਤ ਸਿਨਹਾ ਜਿਹੜਾ ਖੁਦ ਮਿਨਿਸਟਰ, ਇਹਨਾਂ ਤਿੰਨਾਂ ਦੀ ਟੀਮ ਜਿਹੜੀ ਹੈ ਉਹ ਗਈ। ਪਹਿਲਾਂ ਵੀ ਇਹ 2-3 ਵਾਰੀ ਗਏ ਨੇ। ਇੱਕ ਵਾਰੀ ਤਾਂ ਇਹਨਾਂ ਨੂੰ 5 ਅਗਸਤ ਤੋਂ ਬਾਅਦ ਜਦੋਂ ਗਏ ਤੇ 에ਅਰਪੋਰਟ ਤੋਂ ਹੀ ਵਾਪਸ ਕਰਕੇ ਧੱਕਾ ਦੇ ਕੇ ਜਹਾਜ਼ ਚੜਾ ਕੇ ਤੋਰ ਦਿੱਤਾ ਸੀ। ਔਰ ਉਹਨੇ ਅੱਜ ਇੱਕ ਬੜੀ ਖੂਬਸੂਰਤ ਸਟੇਟਮੈਂਟ ਯਸ਼ਵੰਤ ਸਿਨਹਾ ਨੇ ਇਸ ਦੇ ਉੱਤੇ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬਾਰ-ਬਾਰ ਇਹ ਕਿਹਾ ਜਾ ਰਿਹਾ ਵੀ ਹਾਲਾਤ ਨਾਰਮਲ ਹੋ ਗਏ, ਹੁਣ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਤਾਂ ਅਸੀਂ ਸ਼ੁਕਰੀਆ ਕਰਦੇ ਹਾਂ ਵੀ ਇਸ ਵਾਰੀ ਸਾਨੂੰ 에ਅਰਪੋਰਟ ਤੋਂ ਵਾਪਸ ਨਹੀਂ ਮੋੜਿਆ ਗਿਆ। ਔਰ ਜਿਹੜੀ ਹੈ ਕਿ ਇਹ ਕਿਹਾ ਜਾ ਰਿਹਾ ਕਿ ਵੀ ਜ਼ਿੰਦਗੀ ਇੱਥੇ ਬਿਲਕੁਲ ਨਾਰਮਲ ਹੈ। ਔਰ ਇਹ ਹੁਣ ਉਹਨਾਂ ਦੀ ਕੋਟ ਹੈ ਜਿਹੜੀ BBC ਨੇ ਦਿੱਤੀ ਹੈ ਕਿ ਵੀ ਅਸੀਂ ਇੱਥੋਂ ਗੁਜ਼ਰ ਰਹੇ ਹਾਂ, ਰਸਤੇ 'ਚ ਅਸੀਂ ਦੇਖ ਰਹੇ ਹਾਂ ਕਿ ਦੁਕਾਨਾਂ ਬੰਦ ਨੇ, ਸਕੂਲਾਂ ਦੇ ਵਿੱਚ ਕੋਈ ਨਹੀਂ ਹੈ। ਵੀ ਜੇ ਇਹਨੂੰ ਨਾਰਮਲ ਲਾਈਫ ਕਹਿੰਦੇ ਨੇ ਤਾਂ ਫਿਰ ਸਾਨੂੰ ਨਾਰਮਲ ਨੂੰ ਨਿਓ ਨਾਰਮਲ ਕਹਿਣਾ ਪਏਗਾ। ਨਿਓ ਹੁੰਦਾ ਜਿਵੇਂ ਕੋਈ ਅਮੀਰ ਹੁੰਦਾ ਸੀ ਤੇ ਜਿਹੜਾ ਕੋਈ ਨਵਾਂ ਅਮੀਰ ਬਣਿਆ ਉਹਨੂੰ ਕਹਿੰਦਾ ਸੀ ਨਿਓ ਰਿਚ। ਹਾਲਾਂ ਉਹ ਨਵਰਿਸ਼ ਇਸਤੇਮਾਲ ਹੁੰਦਾ ਹੈ ਵਰਡ, ਪਰ ਸਾਡੇ ਸਾਊਥ ਏਸ਼ੀਆ 'ਚ ਅਸੀਂ ਵੀ ਇਸਤੇਮਾਲ ਕਰਦੇ ਨਿਓ ਰਿਚ ਕਿ ਵੀ ਇਹ ਨਵਾਂ ਅਮੀਰ। ਉਹਨਾਂ ਦੇ ਉੱਤੇ ਤੰਜ਼ ਕੀਤੀ ਹੈ ਕਿ ਵੀ ਇਹ ਫਿਰ ਜਿਹੜਾ ਨਾਰਮਲ ਲਫ਼ਜ਼ ਹੈ ਨਾ, ਇਹਦੇ 'ਚ ਤੁਸੀਂ ਹੁਣ ਸੁਧਾਰ ਕਰ ਲਓ, ਇਹਨੂੰ ਤੁਸੀਂ ਨਵਾਂ ਡਿਫਾਈਨ ਕਰੋ ਨਿਓ ਨਾਰਮਲ। ਕਿ ਨਿਓ ਨਾਰਮਲ ਇਹ ਹੋਏਗਾ ਕਿ ਦੁਕਾਨਾਂ ਬੰਦ ਹੋਣਗੀਆਂ, ਸਕੂਲ ਕਾਲਜ ਬੰਦ ਹੋਣਗੇ, ਇੰਟਰਨੈਟ ਤੇ ਪਾਬੰਦੀ ਰਹੇਗੀ, ਔਰ ਇਸ ਸਾਰੇ ਚੋਂ ਜਿਹੜਾ ਉਹ ਕਿਸੇ ਨੂੰ ਕੋਈ ਐਕਸਪ੍ਰੈਸ਼ਨ ਦਾ ਹੱਕ ਨਹੀਂ ਹੋਏਗਾ। ਅਖਬਾਰਾਂ ਜਾਂ ਦੂਜੀਆਂ ਉਹ ਸੈਂਸਰ ਹੋ ਕੇ ਨਿਕਲਣਗੀਆਂ, ਕੋਈ ਖਬਰ ਨਹੀਂ ਛਪੇਗੀ। ਇਹਨੂੰ ਕਹੋ ਜੀ ਨਿਊ ਨਾਰਮਲ, ਕਿ ਵੀ ਅਸੀਂ ਨਾਰਮਲ ਤਾਂ ਰੱਖਿਆ ਜੀ, ਨਾਲ ਅਸੀਂ ਨਿਊ ਲਾਤਾ। ਇਹ ਸਾਡੀ ਡੈਫੀਨੇਸ਼ਨ ਹੈ ਨਾਰਮਲ ਦੀ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਦੇਖਿਆ ਦੁਕਾਨਾਂ ਬੰਦ ਨੇ, ਜੇ ਇਹਨੂੰ ਹੀ ਨਾਰਮਲ ਲਾਈਫ ਜਾਂ ਆਮ ਜ਼ਿੰਦਗੀ ਕਿਹਾ ਜਾਂਦਾ ਤਾਂ ਇਹ ਨਿਊ ਨਾਰਮਲ ਹੈ, ਪੂਰਾ ਨਾਰਮਲ ਨਹੀਂ। ਵੀ ਸਾਡੇ ਇੱਥੇ ਵਿਜ਼ਿਟ ਦਾ ਮਕਸਦ ਹੀ ਇਹ ਹੈ ਕਿ ਅਸੀਂ ਦੇਖੀਏ ਕਿ ਜ਼ਮੀਨੀ ਹਾਲਾਤ ਕੀ ਨੇ, ਲੋਕਾਂ ਨਾਲ ਗੱਲਬਾਤ ਕਰੀਏ, ਉਹਨਾਂ ਦੀਆਂ ਤਕਲੀਫਾਂ ਸੁਣੀਏ, ਔਰ ਜਿਹੜਾ ਨੁਕਸਾਨ ਉਹਨਾਂ ਦਾ ਆਰਥਿਕ ਹੋਇਆ 5 ਅਗਸਤ ਤੋਂ ਬਾਅਦ ਉਹਦੀ ਗੱਲ ਕਰੀਏ। ਔਰ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਸਿਆਸਤਦਾਨਾਂ ਨੂੰ ਵੀ ਮਿਲਣ ਦੀ। ਔਰ ਅੱਗੋਂ ਉਹਨਾਂ ਨੇ ਕਿਹਾ ਵੀ ਅੱਜ ਸਾਰੀ ਦੁਨੀਆ ਇਹ ਮੰਨਦੀ ਹੈ ਕਿ ਜੇ ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਇੱਕ ਕਿਡਨੀ ਚਲੀ ਗਈ। ਜ਼ਾਹਰ ਹੈ ਕਿ ਵੀ ਇਹ ਜ਼ਿੰਦਗੀ ਦਾ ਹਿੱਸਾ ਹੈ। ਤੇ ਮੈਨੂੰ ਇਹ ਲੱਗਦਾ ਉਹ ਯਸ਼ਵੰਤ ਸਿਨਹਾ ਕਹਿ ਰਿਹਾ ਕਿ 5-6 ਅਗਸਤ ਤੋਂ ਬਾਅਦ ਜਿਹੜੇ ਐਲਾਨ ਕੀਤੇ ਗਏ ਨੇ ਉਸ ਦਾ ਕਸ਼ਮੀਰੀਆਂ ਤੇ ਬਹੁਤ ਮਾੜਾ ਅਸਰ ਹੋਇਆ। ਇਹ ਮਿਸਟਰ ਕਾਕ ਕਹਿ ਰਿਹਾ। ਉਹਨੇ ਕਿਹਾ ਮੈਂ ਵੀ ਇੱਕ ਕਸ਼ਮੀਰੀ ਹਾਂ ਤੇ 60-70 ਲੱਖ ਲੋਕਾਂ ਨੂੰ ਆਪਣੇ ਘਰਾਂ 'ਚ ਪਿਛਲੇ 110 ਤੋਂ 112 ਦਿਨਾਂ 'ਚ ਰਹਿ ਰਹੇ ਨੇ। ਉਹਨੇ ਕਿਉਂਕਿ 2-3 ਦਿਨ ਪਹਿਲਾਂ ਦਾ ਜ਼ਿਕਰ ਕੀਤਾ ਜਦੋਂ ਤੋਂ ਕਰਫਿਊ ਲੱਗਣ ਤੋਂ ਵੀ ਪਹਿਲਾਂ ਦੁਕਾਨਾਂ ਬੰਦ ਨੇ। ਇਹ ਆਮ ਹਾਲਾਤ ਕਿਵੇਂ ਹੋ ਸਕਦੇ ਨੇ? ਉਹਨੇ ਕਿਹਾ ਜੀ ਅਸੀਂ ਕੋਸ਼ਿਸ਼ ਕਰਾਂਗੇ
ਕਿ ਵੀ ਭਾਰਤੀ ਮੀਡੀਆ ਤਾਂ ਬਿਲਕੁਲ ਵਿਕਾਊ ਹੈ, ਉਹਨੇ ਤਾਂ ਕੋਈ ਖਬਰ ਨਹੀਂ ਦੇਣੀ ਕਿ ਇੱਥੋਂ ਜੇ ਸਾਨੂੰ ਜਾਣ ਦਿੱਤਾ, ਲੋਕਾਂ ਨੂੰ ਮਿਲਣ ਦਿੱਤਾ, ਸਿਆਸੀ ਲੋਕਾਂ ਨੂੰ ਮਿਲਣ ਦਿੱਤਾ ਜੀ ਤੇ ਫਿਰ ਅਸੀਂ ਦੱਸਾਂਗੇ ਕਿ ਬਈ ਕੀ ਚੱਲ ਰਿਹਾ। ਔਰ ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਪਾਰਟੀ ਨੇ ਇੱਕ ਪਾਸੇ ਅਮਿਤ ਸ਼ਾਹ ਉਹ ਕਹਿੰਦਾ ਜੀ ਦੇਖੋ, ਜਦੋਂ ਕਾਂਗਰਸ ਨੇ ਕਸ਼ਮੀਰ ਦੀ ਗੱਲ ਕੀਤੀ ਉਹਨੇ ਕਿਹਾ ਜੀ ਤੁਸੀਂ ਵੀ ਤਾਂ ਐਮਰਜੈਂਸੀ ਇਹ ਤਾਂ ਸਭ ਵੇਲੇ ਅੰਦਰ ਦਿੱਤੇ ਹੀ ਸੀ ਲੀਡਰ। ਜੀ ਹੁਣ ਨੈਸ਼ਨਲ ਕਾਨਫਰੰਸ ਨੇ ਇਹਦੇ ਉੱਤੇ ਵੀ ਆਬਜੈਕਟ ਕੀਤਾ। ਉਹਨਾਂ ਨੇ ਕਿਹਾ ਵੀ ਬੜੀ ਸ਼ਰਮ ਦੀ ਗੱਲ ਹੈ, ਇੱਕ ਪਾਸੇ ਤਾਂ ਇੰਦਰਾ ਗਾਂਧੀ ਨੂੰ ਇਹ ਨੈਗੇਟ ਕਰਦੇ ਨੇ ਜਾਂ ਕਰਦੇ ਰਹੇ ਨੇ ਕਿ ਜੀ ਉਹਨੇ ਐਮਰਜੈਂਸੀ ਲਾਈ। ਜੀ ਐਮਰਜੈਂਸੀ ਦੇ ਨਾਲ ਪਹਿਲਾਂ ਤਾਂ ਕਸ਼ਮੀਰ ਸਿਚੁਏਸ਼ਨ ਦਾ ਕੋਈ ਤਾਲੁਕ ਹੀ ਨਹੀਂ ਹੈ। ਹੁਣ ਜਿਵੇਂ ਅਮਰੀਕਾ 'ਚ ਕਹਿੰਦੇ ਨੇ ਵੀ ਟੂ ਰੋਂਗਸ ਡੋਂਟ ਮੇਕ ਇਟ ਏ ਰਾਈਟ, ਉਹ ਤਾਂ ਗਲਤੀ ਹੈ ਹੀ ਸੀ ਐਮਰਜੈਂਸੀ ਦੀ, ਸਿਵਲ ਲਿਬਰਟੀਜ਼ ਖੋਹਣਾ। ਤੁਸੀਂ ਤਾਂ ਕਸ਼ਮੀਰ ਦੇ ਵਿੱਚ ਜਿਹੜਾ ਤੁਹਾਡਾ ਕਨਸਟੀਟਿਊਸ਼ਨਲ ਗਾਰੰਟੀ ਸੀ ਉਹ ਵੀ ਖਤਮ ਕੀਤੀ। 3 ਚੀਫ ਮਿਨਿਸਟਰ ਡੱਕੇ ਹੋਏ ਨੇ, ਲੋਕਾਂ ਦੀਆਂ ਜਿਹੜੀਆਂ ਸਿਵਲ ਲਿਬਰਟੀਜ਼ ਨਹੀਂ ਉਹਨਾਂ ਦੀਆਂ ਲਾਈਫ ਐਮਿਨਿਟੀਜ਼ ਵੀ ਖੋਈਆਂ ਹੋਈਆਂ। ਜੀ ਕੋਈ ਇੰਦਰਾ ਗਾਂਧੀ ਨੇ ਇਹ ਤਾਂ ਨਹੀਂ ਸੀ ਕਿ ਬਿਜਲੀ ਪਾਣੀ ਉਹਨਾਂ ਦਾ ਬੰਦ ਕੀਤਾ ਹੋਇਆ ਜਾਂ ਸਕੂਲ ਕਾਲਜ ਬੰਦ ਕੀਤੇ ਹੋਏ ਸੀ, ਬਿਲਕੁਲ ਉਹਨਾਂ ਨੂੰ ਉਹਨੇ ਚੁੱਕ ਕੇ ਅੰਦਰ ਦਿੱਤਾ ਹੋਇਆ ਸੀ। ਲੇਕਿਨ ਉਹ ਵੀ ਜਿਹੜਾ ਅਲਟੀਮੇਟਲੀ 18-19 ਮਹੀਨੇ ਬਾਅਦ ਉਸ ਦੀ ਸਜ਼ਾ ਵੀ ਉਹਨੇ ਪਾਈ, ਜਿਹਨੂੰ ਬੀਜੇਪੀ ਅੱਜ ਤੱਕ ਕਹਿੰਦੇ ਜੀ ਬਹੁਤ ਵੱਡਾ ਕ੍ਰਾਈਸਿਸ ਆਇਆ ਔਰ ਅਸੀਂ ਫਲਾਣਾ। ਹੁਣ ਉਹ ਕਹਿ ਰਹੇ ਨੇ ਜੀ ਉਦੋਂ ਵੀ ਤਾਂ ਹੋਇਆ ਸੀ। ਸੋ ਨੈਸ਼ਨਲ ਕਾਨਫਰੰਸ ਨੇ ਔਰ ਅੱਜ ਟ੍ਰਿਬਿਊਨ ਦਾ ਐਡੀਟੋਰੀਅਲ ਵੀ ਇਸ ਦੇ ਉੱਤੇ ਹੈ ਕਿ ਵੀ ਇਹ ਅਨਫੋਰਚੂਨੇਟ ਹੈ ਕਿ ਵੀ ਬੀਜੇਪੀ ਖੁਦ ਕੰਪੇਅਰ ਕਰ ਰਹੀ ਹੈ ਇਹਨੂੰ ਐਮਰਜੈਂਸੀ ਸਿਚੁਏਸ਼ਨ ਦੇ ਨਾਲ। ਜੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਲਟੀਮੇਟਲੀ ਜਿਹਨੂੰ ਪੰਜਾਬੀ 'ਚ ਸਾਡੇ ਬੜਾ ਸਧਾਰਨ ਬੰਦਾ ਵੀ ਉਹ ਕਹਿੰਦਾ ਹੁੰਦਾ ਸੀ ਕਿ ਜ਼ੋਰਾਵਰਾਂ ਦਾ 37-20 100 ਹੁੰਦਾ। ਜੀ ਹੁਣ ਤੁਸੀਂ 20 ਦਾ ਪਹਾੜਾ ਪੜੋ ਤੇ 20 ਪੰਜੇ 100 ਹੁੰਦਾ। ਜੀ ਪਰ ਜੇ ਜ਼ੋਰਾਵਰ ਤੁਹਾਡੇ ਸਿਰ ਤੇ ਡੰਡਾ ਲੈ ਕੇ ਖੜਾ ਹੈ ਤੇ ਉਹ ਉਹਨੂੰ ਕਹਿੰਦਾ ਹੈ ਕਿ ਵੀ 7-20 ਹੈ 100 ਕਹਿ ਵੀ, ਉਹ ਕਹਿੰਦਾ ਜੀ ਜ਼ਰੂਰ। ਉਹ ਨਾਲੇ ਡੰਡੇ ਵੱਲ ਦੇਖਦਾ ਹੈ, ਜੇ ਮੈਂ ਕਿਹਾ ਵੀ ਤੂੰ ਗਲਤ ਹੈ ਤੇ ਡੰਡਾ ਸਿਰ 'ਚ ਆਏਗਾ। ਔਰ ਇਹੀ ਗੱਲ ਜਿਸ ਕਲਚਰ ਦੇ ਵਿੱਚ ਜਿਸ ਕੀ ਲਾਠੀ ਉਸ ਕੀ ਭੈਂਸ, ਤੁਸੀਂ ਮੱਝ ਖਰੀਦ ਕੇ ਲਿਆਏ ਹੋ, ਰਸੀਦ ਵੀ ਤੁਹਾਡੇ ਕੋਲ ਹੈ, ਮੋਹਰ ਲੱਗੀ ਹੈ ਰਸੀਦ ਤੇ, ਕੋਈ ਤੁਹਾਡੀ ਮੱਝ ਖੋਹ ਲੈਂਦਾ ਹੈ, ਡੰਡਾ ਉਹਦੇ ਹੱਥ 'ਚ ਫੜਿਆ ਹੋਇਆ ਔਰ ਉਹ ਉਹਨੂੰ ਕਹਿੰਦਾ ਜਦੋਂ ਉਹਨੂੰ ਕੋਈ ਚੈਲੰਜ ਕਰਦੇ ਨੇ, ਉਹ ਜਿਹਦੀ ਮੱਝ ਖੋਈ ਹੋਈ ਹੈ ਉਹਨੂੰ ਹੀ ਕਹਿੰਦਾ ਤੂੰ ਦੱਸ ਵੀ ਮੱਝ ਕਿਹਦੀ ਹੈ। ਉਹ ਫਿਰ ਡਾਂਗ ਵੱਲ ਦੇਖਦਾ, ਉਹ ਕਹਿੰਦਾ ਜੀ ਇਹ ਤੁਹਾਡੀ ਹੈ ਜੀ, ਇਹ ਤੁਸੀਂ ਮਾਲਕ ਹੋ ਇਹਦੇ। ਸੋ ਅੱਜ ਹਾਲਾਤ ਇਹ ਨੇ ਵੀ ਕਿਉਂਕਿ ਬਰੂਟ ਮੈਜੋਰਿਟੀ ਔਰ ਵੱਡ ਗਿਣਤੀ ਜਿਹੜੀ ਆ ਉਹ ਵੈਸੇ ਹੀ ਘੱਟ ਗਿਣਤੀਆਂ ਦੇ ਖਿਲਾਫ ਭੁਗਤਾਈ। ਸਿੱਖਾਂ ਨਾਲ ਵੀ ਇਹੀ ਕੀਤਾ ਇਹਨਾਂ ਨੇ। ਬਿਲਕੁਲ ਜੂਨ 84 ਦਾ ਹਮਲਾ, ਭਾਰਤ ਭਰ ਦੇ ਵਿੱਚ ਖੁਸ਼ੀਆਂ ਕਿ ਜੀ ਬਹੁਤ ਚੰਗੀ ਕੁੱਟ ਚਾੜ ਰਹੇ ਹੈ। ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਇਹ ਵੀ ਕਹਿੰਦੇ ਸਿੱਖ ਬਹੁਤ ਭੂਤਰੇ ਹੋਏ ਸੀ, ਇਹ ਸਮਝਦੇ ਸੀ ਜੀ ਕਿ ਅਸੀਂ ਤੁਹਾਨੂੰ ਲਿਬਰੇਸ਼ਨ ਆਜ਼ਾਦੀ ਲੈ ਕੇ ਦਿੱਤੀ ਹੈ, ਅਸੀਂ ਲੜੇ, ਆ ਲਓ ਤੁਸੀਂ ਹੁਣ ਦੇਖ ਲਓ। ਸਿੱਖ ਜੀ ਇਹ ਕਹਿੰਦੇ ਸੀ ਜੀ ਅਸੀਂ ਇਸ ਧਰਤੀ ਦੀਆਂ ਜਾਈਆਂ ਨੂੰ ਜਿਹੜਾ ਉਹ ਦੁਸ਼ਮਣ ਦੇ ਕਬਜ਼ੇ 'ਚੋਂ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਸੀ। ਉਹਨਾਂ ਨੇ ਨਵੰਬਰ 84 ਕਰਤਾ। ਉਹਨਾਂ ਨੇ ਕਿਹਾ ਜੀ ਆਪਣੀਆਂ ਜਾਈਆਂ ਪਹਿਲਾਂ ਛਡਾ ਲਓ ਸਾਡੇ ਇਹਨਾਂ ਗੈਂਗ ਰੇਪਸ ਤੋਂ। ਸੋ ਅੱਜ ਉਹੀ ਹਾਲਤ ਕਸ਼ਮੀਰੀਆਂ ਨੂੰ ਤਾਂ ਇਹ ਹੁਣ ਜਿਵੇਂ ਹੁੰਦਾ, ਇੱਕ ਤਾਂ ਹਿਊਮਿਲੇਟ ਹੁੰਦਾ, ਇੱਕ ਹਿਊਮਿਲੇਸ਼ਨ ਵੀ ਇਹਦੇ 'ਚ ਲਫ਼ਜ਼ ਨਹੀਂ ਹੈ। ਉਹ ਤਾਂ ਉਹਨਾਂ ਨੂੰ ਜਿਵੇਂ ਪਾਣੀ ਪਿਆ ਪਿਆ ਕੇ ਕੁੱਟਣਾ ਹੁੰਦਾ, ਨੱਕ ਬਾਰ-ਬਾਰ ਰਗੜਾਉਣਾ ਹੁੰਦਾ ਹੈ, ਜੋ ਮਰਜ਼ੀ ਉਹ ਕਹੀ ਜਾਣ ਕੇ ਜੀ ਅਸੀਂ, ਉਹ ਕਹਿੰਦੇ ਵੀ ਨਹੀਂ ਤੁਸੀਂ ਇਹ ਨਹੀਂ ਹੋ, ਤੁਸੀਂ ਤਾਂ ਇਹ ਹੋ। ਔਰ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕੋਈ ਆਵਾਜ਼ ਨਹੀਂ ਉੱਠ ਰਹੀ। ਬਿਲਕੁਲ। ਔਰ ਇਹ ਠੀਕ ਹੈ ਵੀ ਅਸੀਂ ਈਮਾਨ ਵਾਲੇ ਲੋਕ, ਰੱਬ 'ਚ ਯਕੀਨ ਰੱਖਣ ਵਾਲੇ ਲੋਕ, ਅਸੀਂ ਇਹ ਜ਼ਰੂਰ ਕਹਿੰਦੇ ਹਾਂ ਜੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਅਲਟੀਮੇਟਲੀ ਓੜਕ ਮੁੱਕੇਗੀ ਇਹ ਰਾਤ। ਅਸੀਂ ਇਹ ਵੀ ਕਹਿੰਦੇ ਹਾਂ ਜੀ ਅਖੀਰ ਹਨੇਰੀ ਰਾਤ ਤੋਂ ਬਾਅਦ ਜਿਹੜਾ ਸੂਰਜ ਆਉਂਦਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਹਨੇਰੇ ਨੂੰ ਚੈਲੰਜ ਕਰਨ ਦੇ ਲਈ ਕੋਈ ਤਾਂ ਕਿਸੇ ਖੂੰਜੇ 'ਚ ਦੀਵਾ ਬਾਲਦਾ। ਨਿੱਕਾ ਜਿਹਾ ਦੀਵਾ ਹੁੰਦਾ, ਭਾਵੇਂ ਉਹ ਟਿਮਟਮਾਂਦਾ ਹੁੰਦਾ, ਪਰ ਉਹ ਹਨੇਰੇ ਨੂੰ ਇਹ ਕਹਿ ਦਿੰਦਾ ਕਿ ਭਾਈ ਤੇਰਾ ਰਾਜ ਨਹੀਂ ਹੈ, ਦੇਖ ਮੈਂ ਵੀ ਜਗ ਰਿਹਾ, ਮੈਂ ਤੈਨੂੰ ਚੈਲੰਜ ਕਰ ਰਿਹਾ। ਫਿਰ ਹੌਸਲਾ ਕਰਕੇ ਹੋਰ ਵੀ ਦੀਵੇ ਜਗਦੇ ਨੇ। ਲੇਕਿਨ ਅੱਜ ਦੁੱਖ ਦੀ ਗੱਲ ਇਹ ਹੈ ਕਿ ਇੱਕ ਵੱਡਾ ਹਿੱਸਾ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਹੈ, ਖਾਸ ਤੌਰ ਤੇ ਉਹਨਾਂ ਦੇ ਜਿਹੜੇ ਵੀ ਹਾਇਰ ਲੋਕ ਨੇ, ਮੀਡੀਆ ਖਾਸ ਤੌਰ ਤੇ ਬਾਹਰ ਬੈਠੇ ਜਿਹੜੇ ਡਾਇਸਪੋਰਾ 'ਚ ਨੇ, ਜਿਹੜੀ ਇਹ ਠੀਕ ਹੈ ਵੀ ਜਦੋਂ ਇੱਥੇ ਸਤੰਬਰ ਦੇ ਵਿੱਚ UN ਸੈਸ਼ਨ ਹੋਇਆ, ਬਹੁਤ ਵੱਡਾ ਇਕੱਠ ਹੋਇਆ, ਉਦੋਂ ਵੀ ਉਸ ਤੋਂ ਅਗਲੇ ਦਿਨ ਜਾਂ 2-3 ਦਿਨ ਬਾਅਦ ਇੱਕ ਵੱਡਾ ਫੰਕਸ਼ਨ ਸੀ ਜਿਹਦੇ 'ਚ
ਕਾਫੀ ਪ੍ਰੋਮਿਨੈਂਟ ਆਰਗੇਨਾਈਜੇਸ਼ਨਸ ਦੇ ਲੋਕ ਆਏ ਹੋਏ ਸੀ, ਉਹਦੇ 'ਚ ਜੀ। ਵੀ ਮੈਂ ਕਿਹਾ ਸੀ, ਮੈਂ ਕਿਹਾ ਵੀ ਇਹ ਹਾਈਪ ਕ੍ਰੀਏਟ ਹੋਈ ਹੈ, ਇੱਥੋਂ ਤੱਕ ਤੁਸੀਂ ਲੈ ਆਓ, ਬਹੁਤ ਚੰਗਾ ਹੈ। ਬਹੁਤ ਚੰਗੀ ਗੱਲ ਹੈ। ਇਹ ਨਾ ਹੋਏ ਕਿ ਮੁੜ ਕੇ ਐਂਟਾਈ ਕਲਾਈਮੈਕਸ ਹੋਏ ਵੀ ਤੁਹਾਨੂੰ ਭੁੱਲਿਆ ਹੋਏ ਕਿ ਤੁਸੀਂ ਕੋਈ ਐਕਟੀਵਿਟੀ ਕਰਨੀ ਹੈ। ਔਰ ਮੈਂ ਦੇਖ ਰਿਹਾ ਕਿ ਉਹ ਸਤੰਬਰ ਦੇ ਉਹ ਸਾਰੇ ਤੋਂ ਬਾਅਦ ਅਕਤੂਬਰ ਲੰਘ ਗਿਆ, ਨਵੰਬਰ ਵੀ ਲੰਘ ਗਿਆ, ਹੁਣ ਮੌਸਮ ਵੀ ਬਦਲ ਗਿਆ ਹੈ, ਦੂਜਾ ਵੀ ਹੈ, ਪਰ ਕੋਈ ਬਹੁਤਾ ਚਰਚਾ 'ਚ ਨਹੀਂ ਹੈ ਔਰ ਨਾ ਹੀ ਕੋਈ ਐਕਟੀਵਿਟੀ ਅਰਾਊਂਡ ਨਜ਼ਰ ਆ ਰਹੀ ਹੈ, ਕੋਈ ਕੰਸਿਸਟੈਂਟ ਲੌਬੀ। ਔਰ ਇੰਡੀਅਨਸ ਜਿਹੜੇ ਇੱਕ ਸਟੇਜ ਦੇ ਉੱਤੇ ਬੀਟਨ ਹੋਏ, ਉਹ ਵਾਪਸ, ਜੋ ਅਸੀਂ ਪਹਿਲੇ ਸੈਗਮੈਂਟ 'ਚ ਵੀ ਅੱਜ ਡਿਸਕਸ ਕੀਤਾ ਹੈ ਕਿ ਕਿਸ ਕਿਸਮ ਦੀ ਲੌਬੀ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਘੱਟੋ ਘੱਟ ਅਸੀਂ ਆਪਣਾ ਉਹ ਫਰਜ਼ ਜ਼ਰੂਰ ਅਦਾ ਕਰ ਰਹੇ। ਉਹ ਜਿਵੇਂ ਇੱਕ ਕਹਾਣੀ ਮਸ਼ਹੂਰ ਹੈ ਕਿ ਜੰਗਲ 'ਚ ਅੱਗ ਲੱਗੀ ਹੋਈ ਸੀ, ਇੱਕ ਚਿੜੀ ਜਿਹੜੀ ਹੈ ਉਹ ਬੂੰਦ ਪਾਣੀ ਦੀ ਲਿਆ ਕੇ ਸੁੱਟਦੀ, ਫਿਰ ਉੱਡ ਜਾਂਦੀ, ਜਿੰਨੇ ਕੁ ਉਹਦੀ ਚੁੰਝ 'ਚ ਆਉਂਦਾ ਤੇ ਉਹਨੂੰ ਵੱਡੇ ਵੱਡੇ ਪੰਛੀ ਜਿਹੜੇ ਸੀ ਜਾਂ ਦੂਜਾ, ਉਹਨਾਂ ਨੇ ਕਿਹਾ ਵੀ ਤੁਹਾਨੂੰ ਲੱਗਦਾ ਵੀ ਤੇਰੇ ਸੈਫਟ ਨਾਲ ਅੱਗ ਬੁਝ ਰਹੀ ਹੈ? ਉਹ ਕਹਿੰਦੇ ਨਹੀਂ, ਬਿਲਕੁਲ ਨਹੀਂ ਬੁਝ ਰਹੀ। ਉਹ ਫਿਰ ਕਿਉਂ ਕਰਦੀ ਹੈ? ਕਿ ਜਦੋਂ ਰੱਬ ਦੇ ਦਰਬਾਰ 'ਚ ਹਿਸਾਬ ਹੋਣਾ ਤੇ ਮੈਂ ਅੱਲਾ ਮੀਆਂ ਨੂੰ ਇਹ ਕਹਿਣਾ ਕਿ ਵੀ ਤੂੰ ਤਾਂ ਮੈਨੂੰ ਇੰਨੀ ਕੁ ਚੁੰਝ ਹੀ ਦਿੱਤੀ ਸੀ, ਮੈਂ ਘਰੇ ਆਰਾਮ ਨਾਲ ਨਹੀਂ ਬੈਠੀ, ਮੈਂ ਆਪਣਾ ਯਤਨ ਕੀਤਾ ਔਰ ਮੈਂ ਉਹਦੇ ਦਰ ਤੇ ਘੱਟੋ ਘੱਟ ਸੁਰਖਰੂ ਹੋਵਾਂਗੀ। ਸੋ ਸਾਨੂੰ ਵੀ ਪਤਾ ਹੈ ਕਿ ਵੀ ਸਾਡੀ ਆਵਾਜ਼ ਕਿੱਥੋਂ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ, ਪਰ ਜਦੋਂ ਕੋਈ ਸਾਡਾ ਇੱਕ ਅੱਧਾ ਕਸ਼ਮੀਰੀ ਭਰਾ, ਪਾਕਿਸਤਾਨੀ ਭੈਣ ਭਰਾ ਇਹ ਲਿਖ ਦਿੰਦੇ ਨੇ ਕਿ ਜੀ ਤੁਹਾਡੀ ਆਵਾਜ਼ ਸਾਨੂੰ ਸਕੂਨ ਦਿੰਦੀ ਹੈ, ਹੌਸਲਾ ਦਿੰਦੀ ਹੈ, ਦੂਜਾ ਸਾਨੂੰ ਲੱਗਦਾ ਹੈ ਵੀ ਚਲੋ ਅਸੀਂ ਵੀ ਉਸ ਚਿੜੀ ਦੀ ਚੁੰਝ ਵਾਂਗ ਜਿਹੜਾ ਇੱਕ ਇੱਕ ਡ੍ਰੌਪ ਪਾਣੀ ਦਾ ਸੁੱਟ ਦਿੰਨੇ ਕਿ ਭਾਈ ਚਲੋ ਅਲਟੀਮੇਟਲੀ ਕੋਈ ਤਾਂ ਰਸਤਾ ਨਿਕਲੇਗਾ। ਸੋ ਲੈ ਦੇ ਕੇ ਸਾਡੇ ਕੋਲ ਦੁਆ ਹੀ ਹੈ, ਅਰਦਾਸ ਹੀ ਹੈ, ਹੋਰ ਤਾਂ ਕੁਛ ਨਹੀਂ ਹੈ ਜੋ ਅਸੀਂ ਆਪਣੇ ਕਸ਼ਮੀਰੀ ਭਰਾ ਭੈਣਾਂ ਲਈ ਕਰ ਸਕੀਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪ੍ਰੀਤ, ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।